speaking on the normal activities, normal days activities, what is actually happened with you. Is this the normal life we are speaking? We are putting our normal life, our daily routine in front of the examiner. This is the way, first step to improve your speaking. Be practical. ਹੁਣ ਆਪਾਂ ਪਹਿਲਾਂ ਫਸਟ ਸਟੈਪ ਦੇ ਉੱਪਰ ਹੀ ਗੱਲ ਕਰਦੇ ਆ, ਹਾਊ ਟੂ ਬੀ ਪ੍ਰੈਕਟੀਕਲ। ਠੀਕ ਹੈ, ਸ਼ਾਇਦ ਇਹ ਕੁਐਸਚਨ ਮੈਂ ਪਹਿਲਾਂ ਵੀ ਪੁੱਛਿਆ ਹੋਏਗਾ, ਮੈਨੂੰ ਨਾਰਮਲ ਜਿੱਦਾਂ ਤੁਸੀਂ ਸਰ ਨੂੰ ਜਾਂ ਮੈਮ ਨੂੰ ਸਪੀਕਿੰਗ ਦੇ ਦਿੰਦੇ ਮੈਨੂੰ ਉਸ ਹਿਸਾਬ ਨਾਲ ਆਨਸਰ ਦੇਣਾ। ਠੀਕ ਹੈ, would you like to sit in the front or the back when traveling by car? Well, I really like sitting at the back seat of the car because I think this is the area when you don't have any responsibility, as when I have experienced. Usually my mother sits in the front seat of our car, so she has the responsibility to tell my dad what she is watching from the side mirror of the car. And I think we all almost sit every time sit in the back, and we don't have any responsibility. Me and my brother always enjoy our ride and listening to songs. Yes, same question. I like to sit in a front seat because I want to see the sceneries and outdoor activities. You're not able to see while sitting in the back seat. Yes, I am able, but in a front seat I am more comfortable and Actually, ਹੁਣ ਪ੍ਰੈਕਟੀਕਲ ਤੇ ਆ ਜਾਂਦੇ, ਇਹ ਤਾਂ ਕ੍ਰੈਮਿੰਗ ਹੋ ਗਈ, ਇਹ ਤਾਂ ਮੈਨੂੰ ਪਤਾ ਸੀਗਾ। I was expecting this answer from everyone actually. ਹੁਣ ਆਪਾਂ ਪ੍ਰੈਕਟੀਕਲੀ ਆਉਂਦੇ ਆ। ਠੀਕ ਹੈ, ਪ੍ਰੈਕਟੀਕਲੀ ਪਰ ਤੁਸੀਂ ਫਰੰਟ ਸੀਟ ਤੇ ਬੈਠਣਾ ਕਿਉਂ ਪਸੰਦ ਕਰਦੇ ਹੋ? ਪ੍ਰੈਕਟੀਕਲੀ ਜਸਟ ਪੰਜਾਬੀ ਵਿੱਚ ਮੈਨੂੰ ਆਨਸਰ ਦਿਓ ਕਿ ਤੁਸੀਂ ਆਪਣੇ ਪਾਪਾ ਦੇ ਨਾਲ ਰੋਜ਼ ਕਾਰ ਦੇ ਵਿੱਚ ਆਉਂਦੇ ਆ ਨਾ, ਫਰੰਟ ਸੀਟ ਤੇ ਬੈਠਦੇ ਆ, ਕਿਉਂ ਬੈਠਣਾ ਪਸੰਦ ਹੈ? ਰੁਪਿੰਦਰ ਤੈਨੂੰ ਕਿਉਂ ਪਸੰਦ ਹੈ? because ਪੰਜਾਬੀ ਚ मतलब मैं ज़्यादा म्यूजिक सुनती हाँ ते मैं मैं आपदे ਪਸੰਦ ਦਾ ਮਿਊਜ਼ਿਕ म्यूजिक पसंद चलाते हैं। मैं आपदे फादर ਨੂੰ ਨਹੀਂ ਕਹਿ ਸਕਦੀ ਉਹ ਬਾਰ-ਬਾਰ ਇੰਟਰਪਟ ਹੁੰਦੇ ਨੇ। ਇੰਟਰਪਟ ਹੋਣ ਟਾਈਮ। ਸੁਖਜੀਤ ਤੁਸੀਂ ਕਿਉਂ ਫਰੰਟ ਸੀਟ ਤੇ ਬੈਠਣਾ ਪਸੰਦ ਕਰਦੇ ਹੋ? I love sitting at the back seat. Why? Very nice. Because whenever I am traveling, I love to watch web series and movie, and I do not want anyone to peep into my screen. Right. ਸਰਬਜੀਤ ਤੁਸੀਂ ਫਰੰਟ ਸੀਟ ਤੇ ਕਿਉਂ ਬੈਠਣਾ ਪਸੰਦ ਕਰਦੇ ਹੋ? Because अगर पीछे जे मैं कल बैठी हूँ फिर मैं awkward फील करती हूँ, ताकि मैं दे पापा ने आगे बैठनी। अगर फैमिली लिए ट्रैवल कर रहे हैं फिर have we ever tried, do we ever try to put this actual expression in front of the examiner? नहीं। क्यों? क्योंकि मैम ਆਪਾਂ ਕ੍ਰੈਮਿੰਗ ਕੀਤੀ ਹੋਈ ਹੈ ਕਿ ਆਪਾਂ ਆਊਟਸਾਈਡ ਦਾ ਵਿਊ ਦੇਖਣਾ ਆ, ਉਹਦੀ ਇੰਗਲਿਸ਼ ਸਾਨੂੰ ਪਤਾ ਹੈ, I want to see the view outside the car or the sceneries। ਇਹ ਇੱਕ ਦਾ ਆਨਸਰ ਨਹੀਂ ਹੈ, ਇਹਨੂੰ ਸੋਚੋ ਕਿ ਭਾਵਨਾ ਨੇ ਬੋਲਿਆ ਕਿ ਮੈਂ ਤਾਂ ਕਰ ਰਹੀ ਹਾਂ। ਮੇਰੇ 8 ਸਾਲ ਦੇ ਕਰੀਅਰ ਦੇ ਵਿੱਚ ਇਹ ਪਹਿਲੀ ਵਾਰ ਨਹੀਂ ਹੈ, ਇਹ ਮੈਨੂੰ ਕ੍ਰੈਮਡ ਆਨਸਰਸ ਮੈਂ ਤੁਹਾਨੂੰ ਕਈ ਦੱਸ ਸਕਦੀ ਹਾਂ, ਕਈ ਕੁਐਸਚਨਸ ਮੈਂ ਕੱਢ ਸਕਦੀ ਹਾਂ ਵਿੱਚੋਂ ਜਿਹੜੇ ਸਟੂਡੈਂਟਸ ਨੇ ਕ੍ਰੈਮ ਕੀਤੇ ਹੁੰਦੇ ਆ। ਪਤਾ ਨਹੀਂ ਕਿੱਥੋਂ ਸਿੱਖਦੇ ਆ, ਜਾਂ 6.5 ਬੈਂਡ ਦੀ ਸਪੀਕਿੰਗ ਜਿਹੜੀ YouTube ਤੇ ਆਉਂਦੀ ਆ ਤਾਂ ਉੱਥੋਂ ਸਿੱਖ ਕੇ ਆਉਂਦੇ ਆ, है ना? क्योंकि उत्थों जो इन्हें स्टूडेंट ने आंसर बोलिया ਅਸੀਂ ਸੋਚਦੇ ਅਸੀਂ ਸਾਰੇ ਜਣੇ ਬੋਲੇ, ਉਹਨੇ ਚਾਹੇ ਪ੍ਰੈਕਟੀਕਲੀ ਬੋਲਿਆ ਹੋਏ, ਠੀਕ ਹੈ ਨਾ, ਲੇਕਿਨ ਆਪਾਂ ਉਹਨੂੰ ਕੀ ਕਰ ਲੈਂਦੇ ਆ, ਆਪਾਂ ਉਸ ਚੀਜ਼ ਨੂੰ ਫੋਲੋ ਕਰਨੀ ਸ਼ੁਰੂ ਕਰ ਦਿੰਦੇ ਆ। ਹੁਣ ਗੱਲ ਆ ਜਾਂਦੀ ਕਿ ਅਸੀਂ ਪ੍ਰੈਕਟੀਕਲੀ ਕਿਉਂ ਨਹੀਂ ਬੋਲਦੇ। ਮੈਮ ਪਤਾ ਸਾਨੂੰ ਸਭ ਕੁਝ ਆ, ਪਤਾ ਹੁਣ ਰੁਪਿੰਦਰ ਨੂੰ ਹੈ ਕਿ ਮੈਂ ਮਿਊਜ਼ਿਕ ਔਰ ਸਹੀ ਹੈ ਬਿਲਕੁਲ, ਬਟ ਮੈਮ I don't know how to put this thing in English in front of the examiner. Is this English ਦੇ ਵਿੱਚ ਨਹੀਂ ਮੈਮ ਪਤਾ ਕਿ ਆਪਾਂ ਐਗਜ਼ਾਮੀਨਰ ਸਾਹਮਣੇ ਚੀਜ਼ ਕਿੱਦਾਂ ਰੱਖੀਏ। ਇਹ ਦਿੱਕਤ ਹੈ ਸਾਰਿਆਂ ਨੂੰ, ਇਹ ਹੈ ਦਿੱਕਤ ਸਭ ਨੂੰ। यस मैम ਆਂਦੀ ਹੈ ਨਾ। ਇਸ ਕਾਰਨ ਅਸੀਂ ਕੀ ਕਰਦੇ ਆ ਕਿ ਛੱਡ ਬਰਾ ਪ੍ਰੈਕਟੀਕਲ ਕੀ ਬੋਲਣਾ, ਅਸੀਂ ਉਹੀ ਬੋਲ ਦਿੰਦੇ ਆ ਜੋ ਆਪਾਂ ਸਿੱਖਿਆ ਹੈ, ਜੋ ਆਪਾਂ ਰਟਿਆ ਰਟਾਇਆ ਹੈ। ਇਦਾਂ ਹੈ ਕਦੇ ਅਸੀਂ ਟਰਾਈ ਕੀਤਾ ਜੋ ਸਾਡੇ ਮਾਈਂਡ ਦੇ ਵਿੱਚ ਚੱਲਦਾ ਪਿਆ ਆ, ਉਹਨੂੰ ਅਸੀਂ ਗੂਗਲ ਆਪਣਾ ਟ੍ਰਾਂਸਲੇਟਰ ਯੂਜ਼ ਕਰਕੇ ਉਹਨੂੰ ਮੈਂ ਇੰਗਲਿਸ਼ ਦੇ ਵਿੱਚ ਸਿੱਖ ਲਵਾਂ ਉਹਨੂੰ ਕਿੱਦਾਂ ਬੋਲਣਾ। ਹੈਵ ਯੂ ਐਵਰ ਟਰਾਈਡ ਦਿਸ ਥਿੰਗ? ਕਿਨੇ ਟਰਾਈ ਕੀਤੀ ਅੱਜ ਤੱਕ? ਕੀਤੀ ਹੈ। ਹੋਰ ਕਿਨੇ ਕੀਤੀ ਹੈ? ਕਿਸੇ ਨੇ ਨਹੀਂ ਕੀਤੀ ਹੋਣੀ, ਕਦੀ ਵੀ ਨਹੀਂ ਕੀਤੀ ਹੋਣੀ। ਫਿਰ ਤੁਸੀਂ ਇੰਗਲਿਸ਼ ਕਿੱਦਾਂ ਸਿੱਖੋਗੇ? ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਇੱਥੇ 3 ਘੰਟੇ ਦੀ ਕਲਾਸ ਲਗਾ ਰਹੇ ਹੋ, ਜੋ ਤੁਹਾਡੇ ਦਿਮਾਗ ਦੇ ਵਿੱਚ ਚੱਲਦਾ ਪਿਆ ਉਹ ਟੀਚਰ ਜਾਂ ਮੈਂ ਜਾਂ ਕੋਈ ਵੀ ਸਟਾਫ ਮੈਂਬਰ ਉਹਨੂੰ ਰੀਡ ਕਰਕੇ ਤੁਹਾਨੂੰ ਇੰਗਲਿਸ਼ ਸਿਖਾ ਦੂਗਾ? ਇਜ਼ ਇਟ ਪੋਸੀਬਲ? ਨਹੀਂ। ਇੱਥੇ ਆ ਕੇ ਤੁਸੀਂ ਸਿਰਫ 4 ਮੋਡਿਊਲਸ ਕਰ ਸਕਦੇ ਹੋ। ਇੱਥੇ ਆ ਕੇ ਤੁਸੀਂ 1 ਘੰਟੇ ਦੀ ਸਿਟਿੰਗ ਦੇ ਸਕਦੇ ਹੋ ਰੀਡਿੰਗ ਨੂੰ, 1 ਘੰਟੇ ਦੀ ਸਿਟਿੰਗ ਦੇ ਸਕਦੇ ਹੋ ਰਾਈਟਿੰਗ ਨੂੰ, 15 ਮਿੰਟ ਸਪੀਕਿੰਗ ਨੂੰ ਤੇ ਅੱਧਾ ਘੰਟਾ ਲਿਸਨਿੰਗ ਨੂੰ। ਇੱਥੇ ਆ ਕੇ ਤੁਸੀਂ ਕੁਝ ਵੀ ਨਵਾਂ ਨਹੀਂ ਸਿੱਖ ਸਕਦੇ।
क्यों? क्योंकि इत्थे अगर मैं 20 स्टूडेंट्स पढ़ाती भी ना, मैं 20 ਦੇ ਮਾਈਂਡ ਰੀਡ ਕਰਕੇ ਉਸ ਅਕੋਰਡਿੰਗ ਇੰਗਲਿਸ਼ ਨਹੀਂ ਸਿਖਾ ਸਕਦੀ ਕਿਸੇ ਨੂੰ ਵੀ। ਇੰਗਲਿਸ਼ ਸਿੱਖਣਾ ਤੁਹਾਡੀ ਆਪਣੀ ਰਿਸਪੌਂਸਿਬਿਲਿਟੀ ਹੈ। ਰੀਡਿੰਗ ਦੇ ਵਿੱਚੋਂ ਆਨਸਰਸ ਕਿੱਦਾਂ ਲੱਭਣੇ ਉਹ ਸਾਡੀ ਰਿਸਪੌਂਸਿਬਿਲਿਟੀ ਹੈ, ਠੀਕ ਹੈ। ਲਿਸਨਿੰਗ ਦੇ ਆਨਸਰ ਸੁਣਨੇ ਕਿੱਦਾਂ ਆ ਜਾਂ ਕਿੱਦਾਂ ਐਮਸੀਕਿਊਜ਼ ਨੂੰ ਸੋਲਵ ਕਰਨਾ ਉਹ ਸਾਡੀ ਰਿਸਪੌਂਸਿਬਿਲਿਟੀ ਹੈ। एग्जामिनर ਦੇ ਸਾਹਮਣੇ ਸਪੀਕਿੰਗ ਕਿੱਦਾਂ ਬੈਠ ਕੇ ਦੇਣੀ, ਕਿੰਨੇ ਦਿਨ ਪਾਰਟਸ ਦੇ ਕੁਐਸਚਨ ਦੇ ਕਿਹੜੇ ਪਾਰਟ ਦੇ ਵਿੱਚ ਕੀ ਬੋਲਣਾ, ਉਹ ਸਾਡੀ ਰਿਸਪੌਂਸਿਬਿਲਿਟੀ ਹੈ। ਸਾਡੀ ਰਿਸਪੌਂਸਿਬਿਲਿਟੀ ਹਰ ਇੱਕ ਦੇ ਮਾਈਂਡ ਨੂੰ ਰੀਡ ਕਰਕੇ ਇੰਗਲਿਸ਼ ਸਿਖਾਉਣਾ ਨਹੀਂ ਹੈ, ਉਹ ਤੁਹਾਡੀ ਆਪਣੀ ਰਿਸਪੌਂਸਿਬਿਲਿਟੀ ਹੈ। ਉਹ ਕਿੱਦਾਂ ਸਿੱਖਣੀ ਹੈ ਤੁਸੀਂ ਸੋਚੋ ਕਿ ਅਸੀਂ ਕੀ ਕਰੀਏ। we can just guide you the way how to improve your English, how to improve your communication skills as well, ठीक है ना। ਹੁਣ ਮੈਨੂੰ ਨਹੀਂ ਪਤਾ ਕਿ ਭਾਵਨਾ ਦੇ ਮਨ ਦੇ ਵਿੱਚ ਇਹ ਚੱਲ ਰਿਹਾ ਕਿ ਮੈਂ ਆਊਟਸਾਈਡ ਦਾ ਵਿਊ ਦੇਖਣਾ ਹੈ ਤੇ ਉਹਦੇ ਮਨ 'ਚ ਇਹ ਚੱਲ ਰਿਹਾ ਕਿ ਮੈਂ 뮤직 ਸੁਣਨਾ ਤੇ ਉਹਦੇ ਮਨ ਦੇ ਵਿੱਚ ਇਹ ਚੱਲ ਰਿਹਾ ਮੈਂ ਬੈਕ ਸਾਈਡ ਸੀਟ ਦੇ ਉੱਪਰ ਬੈਠਣਾ। ਇਹ ਤੁਹਾਡਾ ਪ੍ਰੈਕਟੀਕਲ ਲਾਈਫ ਹੈ, ਤੁਹਾਨੂੰ ਆਪਣੀ ਪ੍ਰੈਕਟੀਕਲ ਲਾਈਫ ਦੇ ਉੱਪਰ ਆਪਣੀ ਇੰਗਲਿਸ਼ ਸਿੱਖਣੀ ਪੈਣੀ ਹੈ ਤੇ ਜਦੋਂ ਤੱਕ ਇੰਗਲਿਸ਼ ਆਪਣੀ ਪ੍ਰੈਕਟੀਕਲ ਲਾਈਫ ਦੇ ਉੱਪਰ ਨਹੀਂ ਸਿੱਖੋਗੇ, ਟਰਸਟ ਮੀ ਆਇਲਸ ਕਲੀਅਰ ਨਹੀਂ ਕਰ ਪਾਓਗੇ। ਫਿਰ ਚਾਹੇ ਤੁਸੀਂ ਇਹ ਕਹੋ ਕਿ ਅਸੀਂ 11 ਤਰੀਕ ਦਾ ਪੇਪਰ ਦੇਣਾ, ਚਾਹੇ ਤੁਸੀਂ ਇਹ ਕਹੋ ਮੈਂ 25 ਦਾ ਦੇਣਾ, ਚਾਹੇ ਤੁਸੀਂ ਇਹ ਕਹੋ ਤੁਸੀਂ 2 ਦਾ ਦੇਣਾ, ਪੇਪਰ ਮੇਰੇ ਵੱਲੋਂ ਤੁਸੀਂ ਕੱਲ ਜਿਹੜਾ 2 ਦਾ ਉਹੀ ਦੇ ਦਿਓ, ਕੋਈ ਫਾਇਦਾ ਨਹੀਂ ਉਸ ਚੀਜ਼ ਦਾ। ਬਹੁਤ ਅੱਛਾ ਟੂਲ ਹੈ ਤੁਹਾਡੇ ਸਾਰਿਆਂ ਦੇ ਹੱਥ ਦੇ ਵਿੱਚ ਮੋਬਾਈਲ ਫੋਨ, ਔਰ ਉਸ ਮੋਬਾਈਲ ਫੋਨ ਦੇ ਵਿੱਚ ਇੰਗਲਿਸ਼ ਨੂੰ ਆਪਣੀ ਲੈਂਗੁਏਜ ਨੂੰ ਇੰਗਲਿਸ਼ ਵਿੱਚ ਕਨਵਰਟ ਕਰਨ ਦਾ ਟੂਲ ਹੈ ਗੂਗਲ ਟ੍ਰਾਂਸਲੇਟਰ। ਇਹ ਤੁਹਾਨੂੰ ਪਤਾ ਰਾਈਟਿੰਗ 9 ਬੈਂਡ ਦੀ ਕੀ ਹੁੰਦੀ ਹੈ ਜਾਂ ਸਪੀਕਿੰਗ 9 ਬੈਂਡ ਦੀ ਕੀ ਹੈ। ਅਸੀਂ ਟਿਪੀਕਲ ਹਿੰਦੀ ਪੜ੍ਹੀ ਹੈ ਕਦੀ ਕਿਸੇ ਨੇ? ਟਿਪੀਕਲ ਪੰਜਾਬੀ, ਮੈਨੂੰ ਪੰਜਾਬੀ ਟਿਪੀਕਲ ਨਹੀਂ ਆਉਂਦੀ ਵੈਸੇ, ਕਿਸੇ ਨੇ ਪੜ੍ਹੀ ਹਿੰਦੀ ਟਿਪੀਕਲ ਹਿੰਦੀ? ਅਗਰ ਕਿਸੇ ਦੇ ਮਦਰ ਫਾਦਰ ਜਾਂ ਤੁਸੀਂ ਸਕੂਲ ਦੇ ਵਿੱਚ ਵੀ ਪੜ੍ਹੀ ਹੋਊਗੀ 10th ਤੱਕ ਟਿਪੀਕਲ ਹਿੰਦੀ, ਉਹ ਟਿਪੀਕਲ ਹਿੰਦੀ ਨੂੰ ਅਗਰ ਤੁਸੀਂ ਗੂਗਲ ਦੇ ਵਿੱਚ ਟ੍ਰਾਂਸਲੇਟ ਕਰਕੇ ਇੰਗਲਿਸ਼ 'ਚ ਕਨਵਰਟ ਕਰਦੇ ਪਏ ਨਾ, ਉਹ ਟਿਪੀਕਲ ਹਿੰਦੀ ਜਿਹੜੀ ਆ ਉਹ 9 बैंड्स ਦੀ इंग्लिश बनती है। सिंपल लैंग्वेज में यहाँ जा रहा हूँ, मैं वहां जा रहा हूँ, मैंने ये खाया, मैंने वो खाया, ये नहीं है। बहुत ज्यादा टिपिकली हिंदी ਨੂੰ ਜਦੋਂ ਤੁਸੀਂ ਗੂਗਲ ਟ੍ਰਾਂਸਲੇਟ ਕਰੋਗੇ ਤਾਂ ਉਹਦੀ ਜਿਹੜਾ ਰਿਜ਼ਲਟ ਜਨਰੇਟ ਹੋਏਗਾ ਇੰਗਲਿਸ਼ ਦੇ ਵਿੱਚ, that is called 9 बैंड इंग्लिश। ਆਪਾਂ ਪਹਿਲਾਂ 6 ਤੋਂ ਤਾਂ ਸ਼ੁਰੂ ਕਰੀਏ, आप सिंपल का पहले शुरू करिए। मैंने ये खाया, मैंने वो खाया, मैं पिछली सीट पे बैठना पसंद करता हूँ, मैं अगली सीट पे बैठना पसंद करता हूँ। चॉकलेट हम ट्वाइस अ वीक ठीक है। मैं किसी ने क्वेश्चन पूछा कि हाउ ऑफन डू यू ईट चॉकलेट, ये मैं एक दिन एग्जांपल दे रही, माइंडेड टू बिंदर मैं एक दिन एग्जांपल नहीं दे रही, मैं हर एक स्टूडेंट की एग्जांपल दे रही हूं, ठीक है। मैंने हर कोई ये कहता है वंस इन अ मंथ, ट्वाइस अ वीक, ट्वाइस इन अ मंथ। कभी है ये चीज फिक्स की किसी ने? चॉकलेट की किसी ने फिक्स है? किसी का कोई फिक्स शेड्यूल नहीं है, तो फिर आप यही चीज एग्जामिनर को क्यों नहीं दस रहे? इट इज नॉट फिक्स्ड। Whenever I go to supermarket for grocery shopping, I just pick the favorite flavor of my chocolate and eat it, but rest it is not fixed। यही एक्चुअली आंसर बनता है ना। लेकिन तुसी सारे ने तुहानू क्रैम किया होया ना कि once in a week, twice in a week, twice in a month, जिदा आप डेट कैलेंडर ते मार्क कीती हुई है कि आप ये डेट नू खानी है, ऐदा कुछ भी नहीं है। तो ये चीज मैं तुहानू समझाने की कोशिश करती भी, अगर तुसी अपनी स्पीकिंग इंप्रूव करनी है, बी वेरी वेरी प्रैक्टिकल। जदों तक प्रैक्टिकल नहीं होंगे स्पीकिंग इंप्रूव नहीं होनी ताड़ी। हुण वो प्रैक्टिकल किद्दां होना है? कॉपी शायद मैं लगवाई हुई है बट यूज किसी ने नहीं की होनी, पुराने स्टूडेंट्स नूं अगर याद होए तां स्पीकिंग की कॉपी मैं लगवाई हुई है अलग तो एक, जिहदे विच मैं इन्हां नूं ये कहा होया जस्ट राइट योर क्यू कार्ड्स, मेक योर क्यू कार्ड्स इन योर ओन लैंग्वेज। अपनी क्यू कार्ड नूं सोच लो, सारा हिंदी दे विच बना लो, फिर उन्होंने इंग्लिश ਦੇ ਵਿੱਚ ਕਨਵਰਟ ਕਰੋ। ਸਟਾਰਟਿੰਗ 'ਚ ਥੋੜੀ ਦਿੱਕਤ ਆਏਗੀ, ਆਈ ਨੋ ਰਾਈਟਿੰਗ ਇਜ਼ ਨਾਟ ਅ ਰਾਈਟ ਵੇ, ਬਟ ਸਟਾਰਟਿੰਗ 'ਚ ਦਿੱਕਤ ਆਏਗੀ, ਬਟ ਆਪਾਂ ਉਹਦੇ ਨਾਲ ਬਹੁਤ ਕੁਝ ਹੋਰ ਵੀ ਸਿੱਖਾਂਗੇ। ਸਾਨੂੰ ਪਤਾ ਲੱਗੂਗਾ ਮੈਂ ਡੂ ਕਿੱਥੇ ਲਗਾਣਾ ਹੈ ਤੇ ਮੈਂ ਅਗਲੇ ਕਿਊ ਕਾਰਡ 'ਚ ਡੂ ਕਿੱਥੇ ਲਗਾਣਾ ਹੈ, ਮੈਂ ਵਿਲ ਕਿੱਥੇ ਲਗਾਣਾ ਹੈ, ਮੈਂ ਅਗਲੇ ਕਿਊ ਕਾਰਡ 'ਚ ਵਿਲ ਕਿੱਥੇ ਲਗਾਉਂਗੀ। ਅੱਛਾ ਮੈਂ ਉਹਦੀ ਲਾਈਨ ਦੇ ਵਿੱਚ ਵਿਲ ਲਗਾਇਆ ਸੀ ਨਾ, ਮਤਲਬ ਇਹ ਲਾਈਨ ਨੂੰ ਮੈਂ ਬੋਲਣੇ ਦੇ ਵਿੱਚ ਵੀ ਵਿਲ ਲੱਗੇਗਾ, ਉਹ ਵਰਡ ਮੈਂ ਉਹਦੇ ਵਿੱਚ ਯੂਜ਼ ਕੀਤਾ ਸੀਗਾ, ਇਹਦਾ ਇਹਦਾ ਮਤਲਬ ਹੁਣ ਮੈਂ ਅਗਲਾ ਕਿਊ ਕਾਰਡ ਯੂਜ਼ ਕਰੂੰਗੀ ਨਾ, ਅਗਰ ਮੈਂ ਇਹਦੇ ਵਿੱਚ ਇਹ ਵਰਡ ਲਗਾਣਾ ਹੋਵੇ ਤਾਂ ਮੈਂ ਐਡਜਸਟ ਕਰ ਸਕਦੀ ਹਾਂ। ਇਹ ਹੈ ਇੰਪਰੂਵਮੈਂਟ ਦਾ ਵੇ। ਆਈ ਨੋ most of students यही कहेंगे कि मैम writing is not the right way, but writing is the right way to learn the grammar as well as English, not the cue card। ਉਹ ਸਿਰਫ cue card ਨੂੰ ਬੇਸਿਕ ਸਿੱਖਣ ਵਾਸਤੇ ਮੈਂ ਕਹਿੰਦੀ ਹਾਂ ਕਿ ਉਹਨੂੰ ਲਿਖਿਆ ਕਰੋ, ਠੀਕ ਹੈ। ਹੁਣ ਪਹਿਲਾ ਸਟੈਪ ਤਾਂ ਆਪਣਾ ਹੋ ਗਿਆ ਬੀ ਪ੍ਰੈਕਟੀਕਲ। ਹੁਣ ਮੈਨੂੰ ਅਗਰ ਤੁਸੀਂ ਪੁੱਛੋਗੇ ਕਿ ਮੈਂ ਫਰੰਟ ਤੇ ਬੈਠਣਾ ਪਸੰਦ ਕਰਦੀ ਹਾਂ ਕਿ ਬੈਕ ਤੇ, ਡੈਫੀਨਿਟਲੀ ਮੈਂ ਫਰੰਟ ਤੇ ਹੀ ਬੈਠਣਾ ਪਸੰਦ ਕਰਦੀ ਹਾਂ। ਕਿਉਂ? ਕਿਉਂਕਿ I could have the command of all the operations of the cars, like music system, control on the AC heater as well. I don't want to disturb my husband again and again, so I would change my music according to my choice।
Otherwise, it is very comfortable to sit in the front seat. I can just tie my seat belt and sit very comfortably, removing my shoes. A practical answer banda hai. Chocolate, it is not fixed to eat the chocolate whenever I go to supermarket. Yes, last time my husband gifted me on the Valentine's Day. Then I eat it. बस, otherwise नहीं. जो practical हो वो बोलो ना. या last time my uncle came from the Canada or from the abroad. He took chocolate or he gifted me a chocolate. That was the imported chocolate. That time I tasted it, but it is not fixed otherwise. Library ਦੇ ਵਿੱਚ ठीक है. ਹੁਣ ਇਹੀ क्वेश्चन पूछा ਸੀਗਾ मैं, how often do you go to library? Nowadays I don't I don't get time to go to library because I don't have any library near to my area. But yes, when I was in my school days till 10th class, I daily visited to the library to read new books. प्रैक्टिकली बोलना शुरू कर दो कल तो ही. और अगर मैं किसी ਨੂੰ क्रैमिंग आंसर्स ਉੱਥੇ ਸੁਣ ਲੈ, ਕਿਉਂਕਿ ਮੈਨੂੰ ਹਰ ਇੱਕ ਦਾ ਆਨਸਰ ਪਤਾ ਹੈ, ਹਰ ਕੁਐਸਚਨ ਦਾ ਆਨਸਰ ਮੈਨੂੰ ਪਤਾ ਹੈ ਕਿੰਨੇ क्रैम्ड ਕਿਹੜਾ ਕੁਐਸਚਨ ਆਨਸਰ ਬੋਲਣਾ ਹੈ, ਕਿੰਨੇ ਕਿਹੜਾ ਬੋਲਣਾ. ਸੋ ਅਗਰ ਮੈਂ ਕੱਲ ਤੋਂ ਕਿਸੇ ਨੂੰ ਵੀ क्रैम्ड ਆਨਸਰ ਬੋਲਦੇ ਦੇਖ ਲਿਆ ਨਾ, ਤਾਂ ਮੈਂ ਉਸੇ ਟਾਈਮ ਸਪੀਕਿੰਗ ਬੰਦ ਕਰ ਦੇਣੀ ਤੇ ਇੱਕ ਵੀਕ ਮੈਂ ਨੈਕਸਟ ਸਪੀਕਿੰਗ ਨਹੀਂ ਕੰਡਕਟ ਕਰਨੀ ਕਿਸੇ ਦੀ ਵੀ, ਨਾ ਮੈਂ ਕਰੂੰਗੀ ਨਾ ਟੀਚਰਸ ਕਰਨਗੀਆਂ. ਠੀਕ ਹੈ. ਹੁਣ ਆਪਣੇ ਲਈ ਕੱਲ ਦਾ ਹੋਮਵਰਕ ਲਿਖੋ. ਪਹਿਲਾਂ ਤਾਂ ਆਪਾਂ ਇੱਥੇ ਸਟਾਰਟ ਕਰਦੇ, ਉਸ ਤੋਂ ਬਾਅਦ ਮੈਂ ਕਿਊ ਕਾਰਡ ਤੇ ਆਣੀ ਕਿ ਕਿਊ ਕਾਰਡ ਆਪਾਂ ਕਿੱਦਾਂ ਬਣਾਉਣਾ. बॉडी लैंग्वेज का ध्यान रखना है, बॉडी टोन का ध्यान रखना है, ते अपनी ऑडिबिलिटी का ध्यान रखना है. कितनी उच्ची बोलते पे हैं, कितनी एक्टिवली बोलते पे हैं, ते ताड़ी बॉडी लैंग्वेज की है बैठने दी एग्जामिनर के सामने. ठीक है. ये तीन चीज़ों का ध्यान रखना. हुण मैनूं स्पीकिंग देन लगे किसी ने इंट्रोडक्टरी दे विच कोई होर दिक्कत आती है तो मैनूं दसो. सिर्फ इंट्रोडक्टरी दे विच पक्का कोई प्रॉब्लम नहीं है. होर लैट्स कम टू क्यू कार्ड्स. किनो प्रॉब्लम आती है. ओके 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 सारे नहीं आती है. चल आप वन बाय वन पहले स्टार्ट करते हैं. मैं की प्रॉब्लम आती है. लेट्स मेक नोट फर्स्ट. टाइम मैनेजमेंट, पॉजेस, आइडियाज, एनी एल्स. बस यही है. लेट्स कम टू टाइम मैनेजमेंट. ठीक है. आप टाइम मैनेजमेंट तो स्टार्ट करते हैं. ये तीन चीज़ें ਇਹਦੇ ਨਾਲ ਹੀ हो जाती सॉल्व. ठीक है जी. ਹੁਣ टाइम मैनेजमेंट, जे किसी ने मेरी क्यू कार्ड की वीडियो देखी हो, हाउ टू प्रिपेयर क्यू कार्ड इन 1 मिनट. 1 मिनट क्यू कार्ड प्रेपरेशन. ਆਪਾਂ प्लस 2 तक इतनी ईजिली किद्दां पढ़ गए, क्योंकि साडे हाथ दे विच सिलेबस सीगा. सानू पता सीगा कि सिलेबस दे विचों पेपर आना है ना, तां करके ਆਪਾਂ क्लियर कर ली प्लस 2. किसी ने 80 नाल कीती होगी, किसी ने 85 नाल कीती होगी, किसी ने 90 नाल भी कीती होगी. Just because we were having the syllabus in our hand. The same thing happens with the speaking also. We are having a particular syllabus in our hand. We know from where examiner will ask us the questions. We know. तो फिर आप ਇਹਦੇ ਵਿੱਚ ਕਿਉਂ ਨਹੀਂ ਇੰਪਰੂਵਮੈਂਟ ਕਰਦੇ ਪਏ? ਫਿਰ ਆਪਾਂ ਇਸ ਓਪਰਚੁਨਿਟੀ ਨੂੰ ਕਿਉਂ ਨਹੀਂ ਗ੍ਰੈਬ ਕਰਦੇ ਪਏ? ਜੇ ਸਾਨੂੰ ਪਤਾ ਹੈ ਕਿ ਆ 80 ਕਿਊ ਕਾਰਡ ਹੈ, 80 ਦੇ ਵਿੱਚੋਂ ਐਗਜ਼ਾਮੀਨਰ ਨੇ ਸੁਣਨਾ ਆ, ਤੇ ਫਿਰ ਅਸੀਂ ਕਿਉਂ ਨਹੀਂ ਪ੍ਰੈਪਰੇਸ਼ਨ ਕਰਦੇ ਪਏ ਉਸ ਚੀਜ਼ ਦੀ? फिर ये चीज स्पीकिंग दे विच तां किसी नूं लियानी नहीं चाहिए प्रॉब्लम कि मैम ये प्रॉब्लम आंदी भी, मैम ये प्रॉब्लम आंदी भी. बुक तुहाडे हाथ दे विच है. बुक नूं रटना है, रिवाइज करना है, बनाना है, वो तुहाडे हाथ दे विच है. फिर की दिक्कत आंदी है? क्यू कार्ड पता है 80 क्वेश्चन, 80 क्यू कार्ड्स में आइडिया लगाना चाहिए. वैसे मैं 50 प्रिपेयर करवाऊंगी, इस तो ऊपर नहीं आपां करांगे. सिर्फ 50 क्यू कार्ड प्रिपेयर करांगे. 25 डेज 50 क्यू कार्ड्स, क्योंकि आपां रोज दे अगर 2 भी करांगे तां ठीक है. हुणे 25 डेज दे विच तुसीं अपनी स्पीकिंग किद्दां इंप्रूव करनी है. ਹੁਣ ਸਭ ਤੋਂ ਪਹਿਲਾਂ क्यू कार्ड 1 ਮਿੰਟ ਨੂੰ प्रिपेयर ਕਿੱਦਾਂ ਕਰਨਾ ਹੈ. ਕਾਪੀ ਲਗਾ ਲਈ, ਪੂਰਾ 2 ਮਿੰਟ ਦਾ क्यू कार्ड, ਜਿੰਨਾ ਸੀ ਪਹਿਲੀ ਲਾਈਨ ਤੋਂ ਲੈ ਕੇ ਲਾਸਟ ਲਾਈਨ ਤੱਕ ਬੋਲਣਾ, ਸਾਰਾ ਸੀ ਕਾਪੀ ਤੇ ਲਿਖਣਾ. ਠੀਕ ਹੈ. ਮੈਂ ਕਿਸੇ ਦਾ ਉਹ ਚਾਰਟ ਚੂਟ ਨਹੀਂ ਦੇਖਣੇ, ਜਿਹੜੇ ਪਿਕਚਰ ਬਣਾਉਂਦੇ ਹੁੰਦੇ ਹੋ, ਗ੍ਰਾਫ ਗਰੂਪ ਬਣਾਉਂਦੇ, ਮੈਂ ਕਿਸੇ ਦਾ ਨਹੀਂ ਦੇਖਣਾ ਕਾਪੀ ਦੇ ਵਿੱਚ. ਸਾਰੇ ਨੇ 2 ਮਿੰਟ ਦਾ ਪੂਰਾ क्यू कार्ड ਲਿਖਣਾ, ਮੈਂ ਕੱਲ ਚੈੱਕ ਕਰਨਾ ਹੈ. ਇਸ ਤੋਂ ਇਲਾਵਾ ਕੱਲ ਸੈਂਟੈਂਸ ਸਟਰਕਚਰ ਦਾ ਟੈਸਟ ਵੀ ਹੋਣਾ ਇੱਥੇ. ਫਸਟ क्यू कार्ड, ਭਾਵਨਾ ਫਸਟ क्यू कार्ड ਕਿਹੜਾ ਹੈ? Any activity which you did with someone. एक्टिविटी यू डिड, चलो जड़ा भी है. ठीक है. यही क्यू कार्ड, ਇਹਦੇ 4 क्यू क्वेश्चंस होंगे अगे, 4 या 3 जिन्ने भी होते हैं. ठीक है. ਹੁਣ ਆਪਾਂ ਨੂੰ ਪਤਾ ਹੈ ਕਿ ਆਪਾਂ ਕਿੰਨੇ ਪੈਰਾਗ੍ਰਾਫ ਬਣਾਉਣੇ ਆ. ਤੁਸੀਂ ਹੁਣ ਜਦੋਂ ਕੱਲ ਨੂੰ ਕਾਪੀ ਦੇ ਉੱਪਰ क्यू कार्ड ਲਿਖਣਾ ਆ, ਤਾਂ ਅਸੀਂ ਕਿੰਨੇ ਪੈਰਾਗ੍ਰਾਫ ਬਣਾਉਣੇ ਸੀ? 3 ਪੈਰਾਗ੍ਰਾਫ ਬਣਾਉਣੇ. ਇਹ ਚੀਜ਼ ਨੂੰ ਲਿਖ ਲੈਣਾ. ਠੀਕ ਹੈ. 3 पैरा नंबर 1 मैं तू भी एक बार सुन ली. अगर इस चीज में इंप्लीमेंट करना हो तो बहुत बढ़िया चीज है. ठीक है.
ਪੈਰਾ ਨੰਬਰ 1 ਚ ਮੇਰੀਆਂ 3 to 4 ਕੀ ਆ ਜਾਣਗੀਆਂ ਇੰਟਰੋ ਲਾਈਨਸ। ਇਹੀ ਬੋਲਦੇ ਆ ਅਸੀਂ ਸਾਰੇ ਜਣੇ। ਹੁਣ ਇੰਟਰੋ ਲਾਈਨਸ ਕੀ ਹੁੰਦੇ ਆ, ਤੁਸੀਂ ਨਾ ਬਹੁਤ ਵਧੀਆ ਆਪਣੇ ਇੰਟਰੋ ਲਾਈਨਸ ਕੱਢ ਲਓ, ਠੀਕ ਹੈ, ਚਾਹੇ ਬਣਾ ਲਓ ਚਾਹੇ ਕੱਢ ਲਓ ਜਿੱਥੋਂ ਮਰਜ਼ੀ, ਹੈ ਨਾ। ਉਹ ਕੀ ਹੁੰਦਾ, ਆਪਾਂ ਨੇ ਉਹੀ ਵਾਲੀ ਸੇਮ ਚੀਜ਼ ਨੂੰ ਅਗਲੀ ਵਾਲੀ ਦੇ ਵਿੱਚ ਵੀ ਬੋਲ ਸਕਦੇ ਹਾਂ। ਜਿੱਦਾਂ ਕਿ ਐਕਟੀਵਿਟੀ ਆ, ਐਕਟੀਵਿਟੀਜ਼ ਦੇ ਰਿਲੇਟਡ ਬਹੁਤ ਕੁਝ ਅੱਗੇ ਵੀ ਹੋਏਗਾ, ਠੀਕ ਹੈ। सोसाइटी आ, सोसाइटी के रिलेटेड अगे भी बहुत कुछ होएगा। ट्रैवलिंग के रिलेटेड कोई ना कोई क्यू कार्ड तो आऊगा ही ना, वही सेम एज इट इज कॉपी पेस्ट करते दूसरे क्यू कार्ड च, रादर देन मेकिंग न्यू एवरी टाइम। नवे नहीं बनाने हर बारी, जे तुहानू लगदा ओहदे विच वर्ड्स दे विच चेंज करके आप अगे बना सकते तो आप बना सकते हैं। जिद्दां कि हुण द एक्टिविटी यू डिड इन द ग्रुप, किते ओही तां नहीं है, ओही है ना। हुण एक्टिविटी यू डिड इन द ग्रुप, ठीक है, एंड फ्रेंड्स यू मीट, कुछ इदां दे क्यू कार्ड्स मिलते जुलते आप कह सकते हैं ह्यूमन इज अ सोशल बर्ड, है ना। एंड वी लिव इन द सोसाइटी वेयर वी मीट डिफरेंट न्यू पीपल, वी डिड लॉट्स ऑफ थिंग्स विद आवर नेबर्स, विद आवर फ्रेंड्स, with our family members, sometime in our college also some activities we do in a group, sometime in individual। मतलब इदां दी मिलदी जुलदी जी आपां ओही सेम इंट्रो चक के दूजे विच भी पा दईए जेड़ा ओहदे नाल मिलदा जुलदा होवे। पहली प्रॉब्लम सॉल्व हो गई इंट्रोडक्शन दी, ठीक है। एवरी टाइम नो नीड टू मेक इट न्यू, ओही चीज नु 8 बैंड की इंट्रोडक्शन ओहदे विच पा दो, क्योंकि अल्टीमेटली आना तो एक ही क्यू कार्ड, उनको पता अपन किन्ने आज बनाई हुई है सेम इंट्रोडक्शन, आना तो अल्टीमेटली एक ही क्यू कार्ड है ना, ठीक है। हो गई इंट्रोडक्शन दी प्रॉब्लम, ठीक है। अगे आ जाओ पैरा 2। पैरा 2 मेरे 3 क्यू क्वेश्चंस है या 4 क्यू क्वेश्चंस है फॉर एग्जांपल, ठीक है। वो चारां नु इकट्ठे ही इत्थे लिख देना, चारां नु इकट्ठे ही लिख देना या बोल देना, जो भी हुण तुसीं इत्थे कह सकदे हो, ठीक है। लाइन एक छाड़ देना विच, नीट एंड क्लीन जिहा बनाना क्यू कार्ड की। मैं कल जदों पढ़ा मैनूं समझ लग पई सारियां दी लैंग्वेज, ठीक है। हुण ये चारों क्यू क्वेश्चंस, व्हाट द एक्टिविटी, व्हेन, वेयर, हाउ यू फेल्ट, यही हुंदे, है ना। द एक्टिविटी वाज द प्रोजेक्ट विच आई मेड इन द फाइनल ईयर ऑफ माय कॉलेज, ठीक है। ये वेयर भी हो गया, व्हेन भी हो गया, ठीक है। एंड होर केड़ा अगला क्वेश्चन सीगा, हाउ यू मेड इट, है ना। वी मेड अ ग्रुप ऑफ, वी वर द ग्रुप ऑफ 4 फ्रेंड्स एंड वी डिवाइडेड द टास्क इन बिटवीन अस, है ना। फर्स्ट एरिया ए, रिस्पांसिबिलिटीज एरिया ए सी, एरिया ए सी, वी रियली एंजॉयड इट एंड वी फेल्ट जेडे भी तुसी इडियम्स पांदे ओवर द मून व्हेन द प्रोजेक्ट वाज कंप्लीटेड, ठीक है। एंड वी वन द गोल्ड मेडल ऑन द डिस्ट्रिक्ट लेवल या जो कुछ भी हो गए। 4 क्वेश्चन कंप्लीट, ठीक है। ये 4 क्वेश्चन इकट्ठे ही कंप्लीट करने हैं। इन्हां दे विचों ना सिर्फ एक ही क्वेश्चन होंदा जेड़ा लेंथी बनदा, बाकी व्हेन, वेयर का बहुत एक लाइन दे आंसर्स होंदे, बहुत इजीली बन जाता। सिर्फ एक क्वेश्चन होंदा जिन्हों आपां एक्चुअली लंबा खिंचना होंदा, वो यही है कि हाउ यू डिड, हाउ यू डिड नूं लंबा खिंचना। 4 क्वेश्चन बन गए। हुण असीं की कोशिश करनी है, जदों साडे ये 2 पैराग्राफ बनदे पए ने, ये 1 मिनट 20 या 25 सेकंड्स विच कंप्लीट हो जाए चारों क्यू क्वेश्चंस इंक्लूडिंग इंट्रोडक्शन, ठीक है। हुण रह गए साडे कोल किन्ने 35 सेकंड्स, ठीक है। नाउ मेक पैराग्राफ 3 जिहदे विच असीं की जनरेट करनी है, स्टोरी। उस स्टोरी की होनी चाहिए मिलदी जुलदी होनी चाहिए द एक्टिविटी दे। आफ्टर विनिंग द अवार्ड या गोल्ड मेडल फ्रॉम द स्टेट लेवल, वी डिड अ पार्टी and our teachers also appreciated us, and still I remember that activity, and after that I never got a chance to do such kind of get together with my friends where I enjoyed as well as I gained a lots of knowledge। story, ठीक है। इदां दी एक एग्जांपल मैं ट्रैफिक वाले दे विच भी दित्ती सी ना, when you got stuck in a traffic jam, ठीक है। when, where and what you did वो हो गया। उस तो बाद कि after the jam cleared I finally reached my destination where my immigration lawyer was already waiting for me, and I had meeting with them. I had a sigh of relief after the 2 hours of late I came back or returned to my home। ये बात मेरी स्टोरी। ऐदा दी स्टोरी जनरेट करनी है तुसी, जेडी सिर्फ 35 सेकंड की होनी चाहिए, बट इट शुड बी कोरिलेटेड टू आवर क्यू क्वेश्चंस, ठीक है। ਇਹਦੇ ਨਾਲ ਕਿ ਤੁਹਾਡੀ ਲੈਂਥ ਫੁੱਲਫਿਲ ਹੋ ਜਾਏਗੀ। ਜਿਹੜੀ ਤੁਹਾਨੂੰ ਲੈਂਥ ਦੀ ਦਿੱਕਤ ਆਉਂਦੀ ਪਈ ਹੈ ਨਾ, ਇਹ ਲੈਂਥ ਇੱਥੇ ਜਿਹੜੀ ਤੁਹਾਡੀ ਉਹ ਪੂਰੀ ਹੋ ਜਾਏਗੀ। ਇੰਟਰੋ ਵੀ ਹੋ ਗਈ, ਚਾਰੋਂ ਕਿਊ ਕੁਐਸਚਨਸ ਵੀ ਹੋ ਗਏ ਤੇ ਮੇਰੀ ਸਟੋਰੀ ਵੀ ਬਣ ਗਈ। ਹੁਣ ਇੱਥੇ ਤੱਕ ਜਦੋਂ ਮੇਰੇ ਚਾਰੋਂ ਕਿਊ ਕੁਐਸਚਨਸ ਕੰਪਲੀਟ ਹੋ ਗਏ, ਠੀਕ ਹੈ, ਐਗਜ਼ਾਮੀਨਰ ਨੂੰ ਪਤਾ ਲੱਗ ਗਿਆ ਕਿ ਇਹਨੇ ਆਪਣੇ ਟਾਸਕ ਰਿਸਪੌਂਸ ਨੂੰ ਅਚੀਵ ਕਰ ਲਿਆ। ਹੁਣ ਉਹ ਤੁਹਾਨੂੰ ਜਦੋਂ ਮਰਜ਼ੀ ਚੁੱਕ ਕਰਵਾਵੇ, ਤੁਹਾਡਾ ਕੰਮ ਇੱਥੇ ਖਤਮ ਹੋ ਚੁੱਕਾ ਹੋਇਆ। ਇੱਥੇ ਆ ਕੇ ਤੁਹਾਨੂੰ ਹੁਣ ਜਦੋਂ ਮਰਜ਼ੀ ਚੁੱਕ ਕਰਾ ਲਵੇ, ਤੁਹਾਡੀ ਟੈਨਸ਼ਨ ਖਤਮ ਹੈ कि मैं अपने चारों क्वेश्चन तो सामने रख के दिते हुए हैं, हुण मैंने जो मर्जी चुप करा।
और 2 मिनट तो बाद तो सुन नहीं सकता, ठीक है। तो 2 मिनट का टाइम मेरा वैसे ही मैनेज हो गया है, ठीक है। ਕਿਸੇ ਨੂੰ ਹੁਣ ਕੋਈ ਡਾਊਟ ਕਿਊ ਕਾਰਡ ਦੇ ਵਿੱਚ, ਹੁਣ ਜਦੋਂ ਆਪਾਂ ਰੋਜ਼ ਦੇ ਰੋਜ਼ ਆਪ ਕਿਊ ਕਾਰਡ ਬਣਾਵਾਂਗੇ, ਆਪਣੇ ਆਈਡੀਆ ਬਣਗੇ, ਪਤਾ ਹੈ ਨਾ ਜਦੋਂ ਹੁਣ ਐਗਜ਼ਾਮੀਨਰ ਨੇ ਪੁੱਛਿਆ ਅੱਛਾ ਮੈਂ ਤਾਂ ਇਹਦੇ ਵਿੱਚ ਇਹ ਵਾਲਾ ਆਈਡੀਆ ਬਣਾਇਆ ਸੀ, ਹੋ ਗਿਆ ਆਈਡੀਆ ਵਾਲੀ ਪ੍ਰੋਬਲਮ, ਲੈਂਥ ਵਾਲੀ ਪ੍ਰੋਬਲਮ ਹੋ ਗਈ, ਠੀਕ ਹੈ। ਹੁਣ ਜਦੋਂ ਤੁਸੀਂ ਕਿਊ ਕਾਰਡ 2 ਬਣਾ ਲਏ, ਪਹਿਲਾਂ ਇੱਕ ਬਣਾਉਣਾ, ਉਹਨੂੰ ਕੀ ਕਰਨਾ 2 ਵਾਰੀ ਬੋਲਣਾ ਰਿਕਾਰਡਿੰਗ ਦੇ ਵਿੱਚ ਜਾਂ ਵੀਡੀਓ ਤੇ ਆਪਣੀ ਵੀਡੀਓ ਚਲਾ ਕੇ 2 ਵਾਰੀ ਉਹਨੂੰ ਕਿਊ ਕਾਰਡ ਨੂੰ ਬੋਲਣਾ ਹੀ ਬੋਲਣਾ, ਚਾਹੇ ਦੇਖ ਕੇ ਬੋਲੋ ਚਾਹੇ ਬਿਨਾਂ ਦੇਖੇ ਬੋਲੋ। ਤੀਜੀ ਵਾਰੀ ਜਦੋਂ ਆ ਕੇ ਤੁਸੀਂ ਮੈਨੂੰ ਜਾਂ ਟੀਚਰਸ ਸੁਣਾਓਗੇ ਨਾ, ਤੁਹਾਡੇ 50% ਪੌਜ਼ਸ ਉੱਥੇ ਹੀ ਕਲੀਅਰ ਹੋ ਜਾਣੇ। ਦੇਖਿਓ, ਮੈਂ ਨਹੀਂ ਕਹਿੰਦੀ ਉਹਨੂੰ ਰੱਟ ਕੇ ਆਓ, ਮੈਂ ਰੱਟਣ ਲਈ ਨਹੀਂ ਕਹਿ ਰਹੀ, ਲੇਕਿਨ ਐਟਲੀਸਟ ਜਿਹੜੀ ਚੀਜ਼ ਲਿਖੀ ਹੈ ਉਹਨੂੰ ਇੱਕ ਵਾਰੀ ਬੋਲੋ, 2 ਵਾਰੀ ਬੋਲੋ। ਕਿੰਨਾ ਟਾਈਮ ਲੱਗ ਜਾਏਗਾ? ਅੱਧਾ ਘੰਟਾ ਲੱਗ ਜਾਏਗਾ, 1 ਘੰਟਾ ਲੱਗ ਜਾਏਗਾ, ਨਹੀਂ ਘਰ ਜਾ ਕੇ ਟਾਈਮ ਇਨਵੈਸਟ ਕਰਨਾ ਨਾ। ਇੱਥੇ ਜਦੋਂ ਸਾਰੇ ਮੋਡਿਊਲਸ ਕਲੀਅਰ ਹੋ ਜਾਂਦੇ ਨਾ, ਇੱਥੇ ਬੈਠ ਕੇ ਪੜੋ, ਇੱਥੇ ਬੈਠ ਕੇ ਆਪਣੇ ਆਪਣਾ ਹੋਮਵਰਕ